स्वच्छ रखण लई एग्री जोन ਅਤੇ SBI ਦਾ ਸਾਂਝਾ ਉਪਰਾਲਾ ਕਿਸਾਨਾਂ ਨੂੰ ਲੋਨ ਦੇ ਕੇ ਮਸ਼ੀਨਾਂ ਦੇਣ ਲਈ। एग्री जोन ਅਤੇ SBI ਵੱਲੋਂ ਛੋਟੇ ਕਿਸਾਨਾਂ ਲਈ ਖਾਸ ਉਪਰਾਲਾ, ਕਿਸਾਨਾਂ ਨੂੰ ਮਿਲੇਗਾ ਆਸਾਨ ਕਿਸ਼ਤਾਂ ਤੇ ਲੋਨ। ਅੱਜ ਪਟਿਆਲਾ ਵਿੱਚ ਐਗਰੀ ਜ਼ੋਨ ਕੰਪਨੀ ਅਤੇ SBI ਵੱਲੋਂ ਇੱਕ ਸਾਂਝਾ ਉਪਰਾਲਾ ਕੀਤਾ ਗਿਆ, ਜਿਸ ਦੇ ਵਿੱਚ ਇੱਕ MOU ਸਾਈਨ ਕੀਤਾ ਗਿਆ, ਜਿਸ ਰਾਹੀਂ ਛੋਟੇ ਕਿਸਾਨਾਂ ਨੂੰ ਆਸਾਨੀ ਨਾਲ ਲੋਨ ਦਿੱਤਾ ਜਾਏਗਾ ਤਾਂ ਜੋ ਪਰਿਆਵਰਣ ਸਾਫ਼ ਸੁਥਰਾ ਰਹਿ ਸਕੇ ਤੇ ਪਰਾਲੀ ਨੂੰ ਅੱਗ ਲਾਉਣ ਤੋਂ ਬਚਾਇਆ ਜਾ ਸਕਦਾ ਹੈ। ਐਗਰੀ ਜ਼ੋਨ ਦੇ ਮਾਲਕ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਮਸ਼ੀਨ ਦੇ ਨਾਲ ਪਰਾਲੀ ਨੂੰ ਅੱਗ ਲਾਉਣ ਤੋਂ ਬਚਾਇਆ ਜਾ ਸਕਦਾ ਹੈ ਤੇ ਪਰਿਆਵਰਣ ਵੀ ਸਿਖਰਾਂ ਤੇ ਹੈ ਅਤੇ ਜ਼ਮੀਨ ਦਾ ਪੱਧਰ ਵੀ ਸਹੀ ਰਹਿੰਦਾ ਹੈ। ਤੇ ਦੂਜੇ ਪਾਸੇ SBI ਦੇ ਮੁੱਖ ਮੈਨੇਜਰ ਨੇ ਦੱਸਿਆ ਕਿ ਅਸੀਂ ਕਿਸਾਨ ਭਰਾਵਾਂ ਲਈ ਬਹੁਤ ਸਰਲ ਤੇ ਆਸਾਨ ਕਿਸ਼ਤਾਂ ਰਾਹੀਂ ਲੋਨ ਦਿੱਤਾ ਜਾਵੇਗਾ, ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਸਬਸਿਡੀ ਵੀ ਸ਼ਾਮਿਲ ਹੈ। ਇਸ ਸਕੀਮ ਦਾ ਲਾਹਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਦੇ ਸਕਦਾ ਹੈ। ਜਿਹੜੇ ਬਹੁਤ ਜ਼ਿਆਦਾ ਛੋਟੇ ਕਿਸਾਨ ਹਨ, ਉਹ ਇਹ ਮਸ਼ੀਨਾਂ ਕਿਰਾਏ ਤੇ ਲੈ ਕੇ ਵੀ ਇਸਤੇਮਾਲ ਕਰ ਸਕਦੇ ਹਨ। ਕੈਮਰਾਮੈਨ ਹਰਪ੍ਰੀਤ ਚਹਿਲ ਦੇ ਨਾਲ ਬਿੰਦਰ ਬਾਤਿਸ਼ ਦੀ ਰਿਪੋਰਟ। ਸਟੇਟ ਬੈਂਕ ਆਫ ਇੰਡੀਆ ਦਾ SBI ਦਾ ਬੜਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਕਿਸਾਨਾਂ ਦੇ ਹਿੱਤ ਅੱਜ ਐਗਰੀ ਜ਼ੋਨ ਨਾਲ MOU ਕੀਤਾ। ਸਾਨੂੰ ਵੀ ਇਹਨਾਂ ਨੇ ਉਤਸ਼ਾਹਿਤ ਕੀਤਾ ਕਿ ਅਸੀਂ ਕਿਸਾਨਾਂ ਨੂੰ ਵੱਧ ਤੋਂ ਵੱਧ ਮਸ਼ੀਨਰੀ ਦੇ ਸਕੀਏ। ਮੈਂ ਦੇਖਿਆ ਤੁਹਾਡੇ ਗੁਪਤਾ ਜੀ ਨਾਲ ਕਾਫੀ ਸਵਾਲ ਜਵਾਬ ਸੀਗੇ। ਮੈਂ ਇਹਨੂੰ ਹੋਰ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਇਹ ਮੈਂ ਤੁਹਾਨੂੰ ਇੱਕ ਲਿਸਟ ਦਿਖਾ ਰਿਹਾ ਜਿਹਦੇ ਕਿ ਕਿਸਾਨਾਂ ਤੋਂ ਇਸ ਮਸ਼ੀਨਾਂ ਨੂੰ ਸਸਤਾ ਕਿਸ਼ਤਾਂ ਦੇ ਵਿੱਚ ਦੇਣ ਵਾਸਤੇ ਕਿਹੜੇ ਪੇਪਰ ਚਾਹੀਦੇ ਹੁੰਦੇ ਹਨ। ਹੁਣ ਮੈਂ ਉਹਦਾ ਬੋਲ ਕੇ ਦੱਸ ਦਿੰਦਾ ਜੀ ਤੁਹਾਨੂੰ। ਇੱਕ ਤਾਂ ਕਿਸਾਨ ਦਾ ਸ਼ਨਾਖਤੀ ਕਾਰਡ, ਭਾਵੇਂ ਵੋਟਰ ਕਾਰਡ ਹੈ, ਭਾਵੇਂ ਡਰਾਈਵਿੰਗ ਲਾਇਸੈਂਸ ਹੈ, ਭਾਵੇਂ ਬਿਜਲੀ ਦਾ ਬਿੱਲ ਹੈ, ਇਸ ਤਰੀਕੇ ਨਾਲ ਆਧਾਰ ਕਾਰਡ ਹੋ ਗਿਆ। ਦੂਜਾ ਆ ਗਿਆ ਉਹਨਾਂ ਦੀਆਂ ਆਪਣੀਆਂ 2 ਫੋਟੋਆਂ, ਫਿਰ ਫਰਦ ਦੀ ਕਾਪੀ, ਇੱਕ ਕੋਟੇਸ਼ਨ ਵੀ ਕਿਸ ਭਾਅ ਦੇ ਵਿੱਚ ਉਹਨੇ ਮਸ਼ੀਨ ਲੈਣੀ ਹੈ ਹੋਰ ਇਹ ਤੋਂ ਵੱਧ ਜ਼ਿਆਦਾ ਕੁਝ ਵੀ ਨਹੀਂ ਚਾਹੀਦਾ ਹੈਗਾ। ਇਹ ਫਾਈਲ ਨੂੰ ਕੰਪਲੀਟ ਕਰਕੇ ਜੇ ਫਾਰਮਰ ਸਾਡੇ ਡੀਲਰ ਸਾਹਿਬਾਨਾਂ ਕੋਲੇ ਪਹੁੰਚਾਉਂਦਾ ਹੈ, ਇੱਕ ਇਹਦੀ ਲੋਨ ਦੀ ਅਰਜੀ, ਆਸਾਨ ਕਿਸ਼ਤਾਂ ਤੇ ਲੈਣ ਵਾਸਤੇ ਦੀ ਅਰਜੀ, ਇਹ ਸਾਰੇ ਪੇਪਰ ਕੰਪਲੀਟ ਕਰਕੇ ਜਦੋਂ ਫਾਰਮਰ ਸਾਡੇ ਕਾਊਂਟਰ ਤੇ ਵੀ ਦੇ ਦੂਗਾ, ਅਸੀਂ ਉਸ ਫਾਈਲ ਨੂੰ ਕੰਪਲੀਟ ਕਰਕੇ ਸਟੇਟ ਬੈਂਕ ਆਫ ਇੰਡੀਆ ਦੀ ਜਿਹੜੀ ਸਾਡੇ ਡੀਲਰ ਕਾਊਂਟਰਾਂ ਦੇ ਨਜ਼ਦੀਕੀ ਬ੍ਰਾਂਚ ਹੋਊਗੀ ਉਹਦੇ ਕੋਲੇ ਪਹੁੰਚਦੀ ਕਰ ਦਾਂਗੇ। 3 ਤੋਂ 4 ਦਿਨ ਦਾ ਗੁਪਤਾ ਜੀ ਨੇ ਇਹਦੇ 'ਚ ਵਾਅਦਾ ਕਰਿਆ ਵੀ ਅਸੀਂ ਕਿਸਾਨਾਂ ਨੂੰ ਇਹ ਸਬਸਿਡੀ ਦਾ ਜਿਹੜਾ ਪੈਸਾ ਸਬਸਿਡੀ ਦਾ ਨਹੀਂ, ਮਸ਼ੀਨ ਦਾ ਪੈਸਾ ਮੁਹੱਈਆ ਕਰਵਾ ਦਾਂਗੇ। ਇਹ ਸਟੇਟ ਬੈਂਕ ਆਫ ਇੰਡੀਆ ਨੇ ਜਿਹੜਾ ਇਹ ਉਪਰਾਲਾ ਕੀਤਾ ਬੜਾ ਹੀ ਸਲਾਹਨਾਯੋਗ ਆ ਤੇ ਇਹ ਖੇਤੀਬਾੜੀ ਨੂੰ ਵੀ ਉਤਸ਼ਾਹਿਤ ਕਰੂਗਾ ਤੇ ਇਸ ਸਮੇਂ ਦੀ ਮਸ਼ੀਨਰੀ ਦੀ ਜਿਹੜੀ ਲੋੜ ਹੈ ਆਉਣ ਵਾਲੀ ਪੈਡੀ ਸੀਜ਼ਨ ਵਾਸਤੇ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਵੀ ਇਹਨਾਂ ਦਾ ਉਪਰਾਲਾ ਬਹੁਤ ਵੱਡਾ ਯੋਗਦਾਨ ਪਾਊਗਾ ਜੀ। ਇਸ ਦੇ ਨਾਲ ਐਗਰੀ ਜ਼ੋਨ ਦੇ ਬਿਜ਼ਨਸ ਨੂੰ ਕਿੰਨਾ ਕੁ ਮੁਨਾਫਾ ਹੁੰਦਾ ਹੈ? ਐਗਰੀ ਜ਼ੋਨ ਦਾ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ, ਐਗਰੀ ਜ਼ੋਨ ਜਦੋਂ ਮਸ਼ੀਨਾਂ ਇਹ ਵਿਕਣਗੀਆਂ ਇਹਦਾ ਮੰਤਵ ਸਿਰਫ ਮੁਨਾਫੇ ਨਾਲ ਨਹੀਂ ਹੈਗਾ। ਐਗਰੀ ਜ਼ੋਨ ਇੱਕ GSA ਇੰਡਸਟਰੀ ਕੰਪਨੀ ਦਾ ਬ੍ਰਾਂਡ ਹੈ। GSA ਇੰਡਸਟਰੀ CRS ਸਕੀਮ ਦੇ ਤਹਿਤ ਬਿਨਾਂ ਮੁਨਾਫੇ ਤੋਂ ਐਗਰੀਕਲਚਰ ਦੇ ਇੰਪਲੀਮੈਂਟ ਬਣਾ ਰਹੀ ਹੈ ਤੇ ਜਿਹੜੀ ਕਿ ਕਿਸਾਨਾਂ ਨੂੰ ਇਹ ਮੁਹੱਈਆ ਕਰਾ ਰਹੀ ਹੈ ਵਾਤਾਵਰਨ ਵਾਲੀਆਂ ਮਸ਼ੀਨਾਂ ਨੂੰ ਬਚਾਉਣ ਵਾਸਤੇ। ਐਗਰੀ ਜ਼ੋਨ ਇਹਦੇ 'ਚ ਕੋਈ ਮੁਨਾਫੇ ਬਾਰੇ ਨਹੀਂ ਸੋਚਦਾ, ਕੋਈ ਇਹਦੇ 'ਚ ਸ਼ੱਕ ਨਹੀਂ। ਅਸੀਂ ਆਪਣੇ ਖਰਚੇ ਜ਼ਰੂਰ ਕੱਢਣਾ ਚਾਹੁੰਦੇ ਹਾਂ ਪਰ ਮੁਨਾਫੇ ਦੀ ਗੱਲ ਨਹੀਂ ਕਰਦੇ ਹੈਗੇ। ਸਾਡੀ ਸੋਚ ਇੱਕ ਹੈ, GSA ਇੰਡਸਟਰੀ ਦੀ ਇੱਕ ਸੋਚ ਹੈ ਕਿ ਅਸੀਂ ਕਿਸਾਨਾਂ ਨੂੰ ਇਹ ਦੇ ਕੇ ਵਾਤਾਵਰਨ ਨੂੰ ਬਚਾ ਸਕੀਏ। ਮੈਂ GSA ਇੰਡਸਟਰੀ ਬਾਰੇ ਦੱਸਣਾ ਚਾਹੁੰਦਾ। GSA 70 ਤੋਂ 80% ਐਕਸਪੋਰਟ ਦਾ ਕੰਮ ਕਰਦੀ ਹੈ। GSA ਇੰਡਸਟਰੀ ਰਿੰਗ ਬਣਾਉਂਦੀ ਹੈ, ਸਟੀਲ ਦਾ ਪਿਸਟਨ ਬਣਾਉਂਦੀ ਹੈ। GSA ਕੰਪਨੀ ਨੂੰ ਆਪਣਾ ਮੁਨਾਫਾ ਆਪਣੇ 2 ਕੋਰ ਪ੍ਰੋਡਕਟਸ ਤੋਂ ਆ ਜਾਂਦਾ ਹੈ। ਐਗਰੀਕਲਚਰ ਇੰਪਲੀਮੈਂਟ ਦੇ ਕਿਸਾਨਾਂ ਵਾਲੀਆਂ ਮਸ਼ੀਨਾਂ ਤੋਂ GSA ਇੰਡਸਟਰੀ ਕੋਈ ਵੀ ਮੁਨਾਫਾ ਨਹੀਂ ਕਮਾਉਣਾ ਚਾਹੁੰਦੀ, ਜਿਹਨੂੰ ਕਿ ਐਗਰੀ ਜ਼ੋਨ ਬ੍ਰਾਂਡ ਹੇਠ ਵੇਚਦੀ ਹੈ। ਠੀਕ ਹੈ। ਇਹ ਅੱਜ MOU ਸਾਈਨ ਕਰਨ ਲੱਗੇ ਆ ਤਾਂ ਕਿ ਕਿਸਾਨ ਜਿਹੜਾ ਹੈਗਾ ਆਪਣੀ ਪਰਾਲੀ ਜਿਹੜੀ ਹੈਗੀ ਇਹਨੂੰ ਨਾ ਜਲਾਵੇ, ਖੇਤੀਬਾੜੀ ਨੂੰ ਇੰਨਾ ਆਸਾਨ ਕਰ ਲਵੇ ਕਿ ਆਪਣਾ ਜਿਹੜਾ ਫਲ ਉਹ ਸਾਰਾ ਟਾਈਮ ਖੇਤੀ ਨਾ ਲਾ ਕੇ ਹੋਰ ਜਿਹੜੇ ਦੂਜੇ ਕੰਮ ਨੇ ਉਹਨਾਂ 'ਚ ਵੀ ਕਰਕੇ ਆਪਣੀ ਆਏ ਨੂੰ ਵਧਾ ਸਕੇ। ਉसी सिलसिले अज एग्री जोन नाल असी ये MOU करते पे हैं ताकि ਜਿਹੜਾ केंद्र सरकार ਦਾ और राज्य सरकार ਦਾ एक स्कीम है CRM ਜਿਹਨੂੰ बोलते हैं क्रॉप रेजिडुअल मैनेजमेंट, ਉਹਦੇ ਅੰਦਰ ਇਹ ਸਬਸਿਡੀ ਦਿੰਦੀ ਪਈ ਹੈ ਗਵਰਨमेंट। ਉਹ ਸਬਸਿਡੀ ਦਾ ਬਾਕੀ ਦਾ ਹਿੱਸਾ ਜਿਹੜਾ ਬਚਿਆ ਹੋਇਆ ਹੈਗਾ ਉਹਨੂੰ ਬੈਂਕ ਫੰਡਿੰਗ ਕਰੇਗਾ। ਠੀਕ ਹੈ, ਬੈਂਕ ਫਾਈਨਾਂਸ ਕਰੇਗਾ ਤਾਂ ਕਿ ਕਿਸਾਨ ਨੂੰ ਜਿਹੜਾ ਹੈਗਾ ਉਹ ਆਸਾਨੀ ਨਾਲ ਇਹ ਮਸ਼ੀਨ ਖਰੀਦ ਲਵੇ ਔਰ ਆਪਣੀ ਜ਼ਿੰਦਗੀ ਨੂੰ ਆਸਾਨ ਬਣਾਵੇ ਔਰ ਜਿਹੜੀ पर्यावरण है ਜਿਹੜਾ ਇਨਵਾਇਰਨਮੈਂਟ ਹੈ ਉਹਨੂੰ ਪ੍ਰਦੂਸ਼ਿਤ ਨਾ ਕਰੇ, ਉਹਨੂੰ ਜਲਾ ਕੇ ਔਰ ਜਿਹੜੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹਨੂੰ ਖਤਮ ਨਾ ਕਰੇ। ਸਰ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਛੋਟੇ ਕਿਸਾਨਾਂ ਦੇ ਲਈ ਕੀ ਖਾਸ ਕੀ ਹੈ, ਕਿਉਂਕਿ ਛੋਟੇ ਕਿਸਾਨ ਹੁੰਦੇ ਨੇ ਜ਼ਮੀਨ ਵੀ ਘੱਟ ਹੁੰਦੀ ਹੈ, ਉਹਨਾਂ ਕੋਲ ਜ਼ਿਆਦਾ ਤਾਂ ਫਰਦ ਵੀ ਨਹੀਂ ਹੁੰਦੀ, ਪਰ ਜ਼ਮੀਨ ਜ਼ਰੂਰ ਹੁੰਦੀ ਹੈ ਪਰ ਫਰਦ ਨਹੀਂ ਹੁੰਦੀ, ਕਿ ਉਹਨਾਂ ਵਾਸਤੇ ਕੀ ਐਗਰੀਕਲਚਰ ਵੱਲੋਂ ਜਾਂ ਤੁਹਾਡੇ ਡਿਪਾਰਟਮੈਂਟ ਵੱਲੋਂ ਕੀ ਪ੍ਰੋਸੀਜਰ ਹੈ? ਸਰ, ਉਹਦੇ ਵਿੱਚ ਕੀ ਹੈਗਾ, ਅਗਰ ਗਵਰਨਮੈਂਟ ਦੀ ਤਰਫ ਤੋਂ ਉਹਨੂੰ ਉਹ
ਇਕਵਿਪਮੈਂਟ ਜਿਹੜਾ ਹੈਗਾ ਉਹ ਸੈਂਕਸ਼ਨ ਹੋ ਗਿਆ, ਜਿਹੜਾ ਉਹਨੇ ਐਗਰੀ ਜ਼ੋਨ ਸੁਪਰ ਸੀਡਰ ਮੰਨ ਲਿਆ ਕਿ ਉਹਨੇ ਲੈਣਾ ਹੈਗਾ, ਠੀਕ ਹੈ, ਉਹ ਸੈਂਕਸ਼ਨ ਹੋ ਗਿਆ, ਉਹ ਬੈਂਕ ਕੋਲ ਆਉਂਦਾ, ਐਗਰੀ ਜ਼ੋਨ ਜਿਹੜਾ ਹੈਗਾ ਐਗਰੀ ਜ਼ੋਨ ਦੇ ਡੀਲਰ ਦੇ ਥਰੂ ਉਹ ਕਹਿੰਦਾ ਮੈਂ ਐਗਰੀ ਜ਼ੋਨ ਦਾ ਹੀ ਲੈਣਾ ਚਾਹੁੰਦਾ, ਸਾਡੇ ਕੋਲ ਆਏਗਾ, ਅਸੀਂ ਉਹਨੂੰ ਕੋਈ ਚੀਜ਼ ਨਹੀਂ ਪੁੱਛਣੀ, ਅਸੀਂ ਉਹਨੂੰ ਸੈਂਕਸ਼ਨ ਲੈਟਰ ਦੇਖਣਾ ਹੈ, ਔਰ ਅਗਰ ਉਹਦੇ ਕੋਲ ਜ਼ਮੀਨ ਦੀ ਫਰਦ ਹੈਗੀ ਠੀਕ ਹੈ, ਨਹੀਂ ਤਾਂ ਇੱਕ ਅੰਡਰਟੇਕਿੰਗ ਅਸੀਂ ਉਹ ਤੋਂ ਲੈ ਲੈਣੀ ਹੈ ਕਿ ਹਾਂ ਮੈਂ ਖੇਤੀ ਕਰਦਾ ਹੈਗਾ, ਉਹ ਅਸੀਂ ਵੈਰੀਫਿਕੇਸ਼ਨ ਕਰਵਾ ਕੇ ਅਸੀਂ ਉਹਨੂੰ ਲੋਨ ਦੇਣਾ। ਸਰ ਟੋਟਲ ਮਸ਼ੀਨ ਦਾ ਕਿੰਨੇ % ਫੰਡ ਮਤਲਬ ਬੈਂਕ ਦਿੰਦਾ ਜਿਹਦੇ ਵਿੱਚ ਫੰਡਿੰਗ ਕਰਦਾ? ਸਰ ਇਦਾਂ ਹੈਗਾ, ਜਿਹੜੀ ਮਸ਼ੀਨ ਦੀ ਕਾਸਟ ਹੈ ਉਹਦਾ 75% ਬੈਂਕ ਅਦਰਵਾਈਜ਼ ਫੰਡਿੰਗ ਕਰਦਾ ਹੈ, ਲੇਕਿਨ ਇਹ ਜਿੱਦਾਂ ਗਵਰਨਮੈਂਟ ਦੀ ਸਬਸਿਡੀ ਹੈਗੀ ਅਸੀਂ ਉਹਨੂੰ ਹੋਰ ਆਸਾਨ ਕਰਤਾ ਕਿ ਸਬਸਿਡੀ ਦੀ ਅਮਾਉਂਟ ਛੱਡ ਕੇ ਬਾਕੀ ਅਸੀਂ ਫੰਡਿੰਗ ਕਰਦਾ। ਕਿੰਨੇ ਅਮਾਉਂਟ ਜਿਹੜੀ ਫੰਡਿੰਗ ਸਬਸਿਡੀ ਕਿੰਨੀ ਅਮਾਉਂਟ? ਡਿਪੈਂਡ ਕਰਦਾ ਸਬਸਿਡੀ ਕਿੰਨੀ ਆਈ ਹੈ ਉਹਦੀ, ਜਿੱਦਾਂ ਸੁਪਰ ਸੀਡਰ ਦੇ 1,05,000 ਦੀ ਸਬਸਿਡੀ ਹੈ, ਮੰਨ ਲਓ 2.5 ਲੱਖ ਦੀ ਮਸ਼ੀਨ ਹੈ 1,45 ਅਸੀਂ ਦੇਣਾ। ਸਰ ਐਗਰੀ ਜ਼ੋਨ ਤੇ ਐਸਬੀਆਈ ਜਿਹੜਾ ਐਮਓਯੂ ਸਾਈਨ ਕਰ ਰਹੀ ਹੈ ਨਾਲ ਕਿੰਨੇ % ਕਿਸਾਨਾਂ ਨੂੰ ਫਾਇਦਾ ਹੋਵੇਗਾ? ਸਰ ਮੈਂ ਤਾਂ 100% ਕਿਸਾਨਾਂ ਨੂੰ ਫਾਇਦਾ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ ਅਸੀਂ ਤਾਂ, ਸਾਡਾ ਤਾਂ ਮਕਸਦ ਇਹੀ ਹੈਗਾ ਕਿ ਜਿੰਨੇ ਕਿਸਾਨ ਇਹਦੇ ਵਿੱਚ ਜੁੜਨਗੇ ਪਰਾਲੀ ਨਹੀਂ ਜਲਾਣਗੇ ਉਹਨਾਂ ਦੇਸ਼ ਦਾ ਫਾਇਦਾ ਹੈਗਾ, ਉਹਨਾਂ ਦਾ ਖੁਦ ਦਾ ਫਾਇਦਾ ਹੈਗਾ, ਸਾਡੇ ਵਾਸਤੇ 100% ਨੂੰ ਕਰਨ ਨੂੰ ਤਿਆਰ ਹੈ, ਸਾਡੇ ਕੋਲ ਆਉਣ, ਅਸੀਂ ਦੇ ਆਰ ਮੋਸਟ ਵੈਲਕਮ, ਠੀਕ ਹੈ ਨਾ ਜੀ, ਸਦਕੇ ਸਭ ਨੂੰ ਜਦ ਮਰਜੀ ਆਉਣ ਔਰ ਸੈਂਕਸ਼ਨ ਲੈਟਰ ਔਰ ਐਗਰੀ ਜ਼ੋਨ ਦਾ ਜੋ ਲੈ ਕੇ ਆਣਗੇ ਅਸੀਂ ਤੁਰੰਤ ਕਰ ਦਾਂਗੇ। ਪਹਿਲਾਂ ਗੱਲ ਕੀਤੀ ਉਹਨਾਂ ਨੇ ਵੀ ਕਾਗਜ਼ਾਤ ਦੀ ਪ੍ਰੋਬਲਮ ਆ ਜਾਂਦੀ ਹੈ, ਇਹਨੂੰ ਕਿੱਦਾਂ ਦੇਖਦੇ? ਸਰ ਕੋਈ ਕਾਗਜ਼ਾਤ ਦੀ ਪ੍ਰੋਬਲਮ ਨਹੀਂ ਹੈਗੀ, ਇਹ ਇੱਕ ਖਾਲੀ ਬਣਾਇਆ ਵਾ ਇੱਕ ਹਵਾ ਹੈਗਾ, ਅਸੀਂ ਕੋਈ ਐਸਾ ਕਾਗਜ਼ ਨਹੀਂ ਮੰਗਦੇ, ਜਿਹੜੀ ਜ਼ਮੀਨ ਹੈ ਅਸੀਂ ਘੱਟੋ ਘੱਟ ਦੇਖੋ ਮੈਂ ਤੁਹਾਨੂੰ ਵੀ ਕਿਹਾ ਹੈ ਪਬਲਿਕ ਮਨੀ ਹੈ, ਜਿਹੜੀ ਬੈਂਕ ਨੇ ਪਬਲਿਕ ਮਨੀ ਹੈ ਸਾਰੀ, ਆਪਣੀ ਕਿਸੇ ਦੀ ਸਾਡਾ ਪੈਸਾ ਨਹੀਂ ਹੈਗਾ, ਪਬਲਿਕ ਮਨੀ ਹੈ, ਪਬਲਿਕ ਮਨੀ ਕਿਸੇ ਨੂੰ ਦੇਣ ਵਾਸਤੇ ਉਹਦੀ ਅਸੀਂ ਵਾਪਸੀ ਵੀ ਤਾਂ ਦੇਖਾਂਗੇ ਨਾ ਕਿ ਅਸੀਂ ਸਹੀ ਬੰਦੇ ਨੂੰ ਦਿੰਦੇ ਪਏ ਆ ਨਹੀਂ ਦਿੰਦੇ ਪਏ, ਉਸ ਵਾਪਸੀ ਨੂੰ ਇੰਸ਼ੋਰ ਕਰਨ ਵਾਸਤੇ ਉਹ ਜਿਹੜੇ ਕਾਗਜ਼ ਨੇ ਜ਼ਮੀਨ ਦੇ ਕਾਗਜ਼, ਜ਼ਮੀਨ ਸਹੀ ਹੈਗੀ ਨਹੀਂ ਹੈਗੀ, ਇਹਦੇ ਕੋਲ ਆਈ ਕਿੱਥੋਂ ਆਈ, ਕਬਜ਼ਾ ਤਾਂ ਨਹੀਂ ਕੀਤਾ ਹੋਇਆ ਹੈਗਾ, ਉਹਦੀ ਜ਼ਮੀਨ ਦੀ ਮਲਕੀਅਤ ਹੈਗੀ, ਉਹ ਚੀਜ਼ਾਂ ਵੈਰੀਫਾਈ ਕਰਦੇ, ਇਸ ਤੋਂ ਇਲਾਵਾ ਸਾਡਾ ਕੋਈ ਹੋਰ ਫਾਰਮੈਲਿਟੀ ਨਹੀਂ। ਕਿੰਨਾ ਸਮਾਂ ਲੱਗਦਾ ਸਰ ਇਸ ਪ੍ਰੋਸੀਜਰ ਨੂੰ ਟੋਟਲ? ਅਸੀਂ ਮੈਕਸਿਮਮ 3 ਦਿਨ ਦਾ ਟਾਈਮ ਰੱਖਿਆ ਕਿ ਜਿੱਦਾਂ ਅੱਜ ਸਾਡੇ ਕੋਲ ਕਾਗਜ਼ ਸਬਮਿਟ ਕਰ ਦਿੰਦਾ 3 ਦਿਨ ਦੇ ਅੰਦਰ ਅਸੀਂ, ਕਿਉਂਕਿ ਅਸੀਂ ਉਹਦਾ ਵੈਰੀਫਿਕੇਸ਼ਨ ਵੀ ਕਰਨੀ ਹੈ ਕਿ ਬੰਦਾ ਸਹੀ ਹੈਗਾ, ਕਿੱਥੇ ਰਹਿੰਦਾ, ਜਿਹੜਾ ਉਹਨੇ ਪਤਾ ਦਿੱਤਾ ਉੱਥੇ ਰਹਿੰਦਾ ਹੈਗਾ, ਜ਼ਮੀਨ ਉਹਦੀ ਹੈਗੀ ਨਹੀਂ ਹੈਗੀ, ਖੇਤੀ ਕਰਦਾ ਪਿਆ ਨਹੀਂ ਕਰਦਾ ਪਿਆ, ਕਿਉਂਕਿ ਅਸੀਂ ਇੰਸ਼ੋਰ ਕਰਨਾ ਕਿ ਜਿਹੜੀ ਸਬਸਿਡੀ ਮਿਲਦੀ ਪਈ ਹੈ ਉਹ ਵੀ ਪ੍ਰੋਪਰ ਮਿਲੂ, ਸਹੀ ਬੰਦੇ ਨੂੰ ਜਾਂਦੀ ਪਈ ਹੈ, ਔਰ ਅਸੀਂ ਇੰਸ਼ੋਰ ਕਰਾਂਗੇ ਸਾਡਾ ਲੋਨ ਹੈ ਉਹ ਸਹੀ ਬੰਦੇ ਨੂੰ ਮਿਲਦਾ ਪਿਆ। ਸਰ ਜਿਹੜਾ ਪਟਿਆਲਾ ਹੈਗਾ ਰੈਡ ਜ਼ੋਨ ਦੇ ਵਿੱਚ ਹੈ, ਪਰਾਲੀ ਵਾਂਝੀ ਪਈ ਹੈ, ਪਟਿਆਲਾ ਵਿੱਚ ਬਹੁਤ ਜ਼ਿਆਦਾ ਕ੍ਰਿਸ਼ੀ ਕੰਟਰੋਲ ਬੋਰਡ ਦੇ ਵੱਲੋਂ ਡਾਟਾ ਜਾਰੀ ਹੋਇਆ ਜੀ ਜੀ ਕੀ ਤੁਸੀਂ ਜਿਹੜੀਆਂ ਹੈਗੀਆਂ ਕਮੇਟੀਆਂ ਬਣੀਆਂ ਹੋਈਆਂ ਨੇ, ਜਿਵੇਂ ਸੁਸਾਇਟੀਆਂ ਬਣੀਆਂ ਹੋਈਆਂ ਨੇ ਪਿੰਡਾਂ ਦੇ ਵਿੱਚ, ਕਿ ਉਹਨਾਂ ਨਾਲ ਰਾਬਤਾ ਰੱਖੋਗੇ? ਕਿਉਂਕਿ ਕਈ ਗਰੀਬ ਦਬਕਾ ਹੈਗਾ, ਉਹਨਾਂ ਕੋਲ ਜ਼ਮੀਨਾਂ ਘੱਟ ਨੇ ਜਾਂ ਕਈ ਠੇਕੇ ਤੇ ਜ਼ਿਆਦਾ ਵਾਹੀ ਕਰਦੇ ਨੇ, ਤੁਸੀਂ ਅਗਰ ਇਹ ਸਕੀਮ ਪੜੋਗੇ ਨਾ CRM ਜਿਹੜੀ ਹੈਗੀ ਕ੍ਰੌਪ ਰੈਜ਼ੀਡਿਊਅਲ ਮੈਨੇਜਮੈਂਟ, ਇਹਦੇ ਵਿੱਚ ਨਾ ਇੱਕ ਅੱਜ ਕੱਲ੍ਹ ਨਵੀਂ ਸਕੀਮ ਚੱਲੀ ਹੈ ਕਸਟਮਰ ਹਾਇਰਿੰਗ ਸੈਂਟਰ। ਮੰਨ ਲਿਆ ਕਿਸਾਨ ਦੇ ਕੁਝ ਇੱਥੇ ਜਿਹੜੀ ਸੁਸਾਇਟੀਜ਼ ਨੇ ਉਹ ਕੀ ਕਰਨਗੇ ਕਿ 15 ਮਸ਼ੀਨਾਂ ਇਕੱਠੀਆਂ ਕਰ ਸਕਦੇ, ਟਰੈਕਟਰ ਖਰੀਦ ਲਓ, ਕੰਬਾਈਨ ਹਾਰਵੈਸਟਰ ਖਰੀਦ ਲਓ, ਰੋਟਾਵੇਟਰ ਖਰੀਦ ਲਓ, ਜਿਹੜੀਆਂ ਮਸ਼ੀਨਾਂ ਵੀ ਉਹ ਚਾਹੀਦੀਆਂ ਉਹ ਖਰੀਦ ਕੇ ਉਹਨੂੰ ਅੱਗੇ ਕਿਰਾਏ ਤੇ ਦੇ ਸਕਦੇ ਆ। ਜਿਹੜੇ ਛੋਟੇ ਕਿਸਾਨ ਨੇ 1 2 ਏਕੜ ਦੀ ਜਿਹੜੀ ਜ਼ਮੀਨ ਦੀ ਜਿਹੜੀ ਖੇਤੀ ਕਰਦੇ ਨੇ ਉਹਦੇ ਵਾਸਤੇ ਵੀ ਜਿਹੜਾ ਕਸਟਮਰ ਹਾਇਰਿੰਗ ਸੈਂਟਰ ਉਹ ਸੁਸਾਇਟੀ ਨੂੰ, ਉਹ FPO ਨੂੰ ਅਸੀਂ ਉਹਨੂੰ ਵੀ ਲੋਨ ਦਿੰਦੇ। ਪੰਜਾਬ ਵਾਸਤੇ ਲਿਖਿਆ ਜਾ ਰਿਹਾ ਜਾਂ ਹਰਿਆਣਾ ਵਾਸਤੇ? ਹਾਂਜੀ ਇਹ ਜਿਹੜਾ ਐਮਓਯੂ ਅੱਜ ਲਿਖਿਆ ਇਹ ਅਸੀਂ ਦੇਖੋ ਜਿਹੜਾ ਚੰਡੀਗੜ੍ਹ ਸਰਕਲ ਜਿਹੜਾ ਸਟੇਟ ਬੈਂਕ ਦਾ ਜਿਹੜਾ ਉਰੇ ਸੈਂਟਰ ਹੈ, ਅਸੀਂ ਹਰਿਆਣਾ, ਪੰਜਾਬ, ਹਿਮਾਚਲ, ਜੰਮੂ ਕਸ਼ਮੀਰ, ਲੱਦਾਖ ਔਰ ਚੰਡੀਗੜ੍ਹ 6 ਸਟੇਟ ਔਰ 3 UT ਨੂੰ ਦੇਖਦੇ ਹਾਂ ਅਸੀਂ। ਤਾਂ ਇਹ ਜਿਸ ਵੇਲੇ ਇਹ ਉਰੇ ਚੱਲ ਪਏਗਾ, ਇਹਦਾ ਰੈਪਲੀਕਾ ਜਿਹੜਾ ਹੈਗਾ ਜਿੱਦਾਂ UP 'ਚ ਵੀ ਇਹ ਸਕੀਮ ਆਈ ਵੀ ਹੈ, ਅਸੀਂ UP ਜਿਹੜੇ ਸਾਡੇ ਕਾਊਂਟਰ ਪਾਰਟ ਨੇ ਅਸੀਂ ਉਹਨਾਂ ਨੂੰ ਸ਼ੇਅਰ ਕਰ ਲਾਂਗੇ, ਉਹ ਵੀ ਸ਼ੁਰੂ ਕਰ ਸਕਦੇ ਨੇ। ਵਿਪਨ ਜੀ ਤੁਸੀਂ ਕਿਹਾ ਕਿ ਇਹ 4 ਦਿਨ ਦਾ ਪ੍ਰੋਸੈਸ ਹੈ ਜੀ, ਪਰ ਜੇ SBI ਦੀ ਗੱਲ ਕਰੀਏ ਮੈਂ ਖੁਦ ਕਈ ਵਾਰੀ ਚੈੱਕ ਕੀਤਾ ਕਿ ਸਰਵਰ ਡਾਊਨ ਹੁੰਦਾ, ਕਿ ਜਿਹੜੇ ਮੁਲਾਜ਼ਮ ਨੇ ਜੀ ਮੇਰੀ ਕੰਪਲੀਟ ਸਰ ਜਿਹੜਾ ਬੈਂਕ ਦਾ ਸਰਵਰ ਕਦੀ ਡਾਊਨ ਨਹੀਂ ਹੁੰਦਾ ਸਰ। ਮੇਰੀ ਤੁਸੀਂ ਚੰਡੀਗੜ੍ਹ ਬੈਠੇ ਬਿਲਕੁਲ ਠੀਕ ਹੈ, ਜਿਹੜੀ ਜ਼ਮੀਨੀ ਹਕੀਕਤ ਹੈ ਸਾਰੇ ਜਾਣਦੇ ਹੋ ਜੀ ਗੱਲ, ਇਹ ਨਹੀਂ ਹੋ ਸਕਦਾ ਜਿਸ ਤਰ੍ਹਾਂ ਐਗਰੀ ਜ਼ੋਨ ਦੇ ਨਾਲ ਆਪਾਂ MOU ਸਾਈਨ ਕੀਤਾ ਵੀ ਕਿ ਐਸੇ ਲੋਨ ਮੇਲਿਆਂ ਦਾ ਆਯੋਜਨ ਇੱਥੇ ਕੀਤਾ ਜਾਵੇ ਵੀ ਕਿਸਾਨ ਅਸੀਂ ਕਰ ਸਕਦੇ ਹਾਂ, ਸੋਚ ਸਕਦੇ ਹਾਂ ਇਸ ਬਾਰੇ ਵੀ। ਜਿਹੜੀ ਚੀਜ਼ ਤੁਸੀਂ ਕਹੇ ਨਾ SBI ਦਾ ਸਰਵਰ ਡਾਊਨ ਨਹੀਂ ਹੁੰਦਾ, BSNL ਦੀ ਜਾਂ Airtel ਦੀ ਲੀਜ਼ ਲਾਈਨ ਡਾਊਨ ਹੁੰਦੀ ਹੈ। ਦੇਖੋ ਨਾ ਮੈਂ ਤਾਂ ਜਿਹੜਾ ਸਰਵਿਸ ਪ੍ਰੋਵਾਈਡਰ ਮੇਰਾ ਹੈਗਾ, ਤੁਸੀਂ ਅਗਰ ਮੈਨੂੰ ਜੋ ਦੋਸ਼ ਦੋਗੇ ਮੇਰਾ ਦੋਸ਼ ਨਹੀਂ ਹੈਗਾ, ਮੇਰਾ ਤਾਂ ਮਸ਼ੀਨ ਚੱਲਦੀ ਪਈ ਹੈ। ਅਗਰ BSNL ਉੱਥੇ BSNL ਖਰਾਬ ਹੋ ਗਿਆ ਜਾਂ Airtel ਖਰਾਬ ਹੋ ਗਿਆ, Jio ਖਰਾਬ ਹੋ ਗਿਆ, ਉਹ 'ਚ ਮੇਰਾ ਕੀ ਕਸੂਰ ਹੈ? ਕੀ ਮੈਨੂੰ ਕਹਿੰਦੇ ਹੋ ਜੀ ਮੇਰਾ ਸਰਵਰ ਡਾਊਨ ਹੋ ਗਿਆ? ਇਹ ਇਦਾਂ ਨਹੀਂ ਹੈਗਾ, ਮੇਰਾ ਸਰਵਰ ਚੱਲਦਾ ਪਿਆ, ਡਾਊਨ ਹੋਈ ਹੈ ਜਿਹੜੀ ਲੀਜ਼, ਜਿਹੜਾ ਮੇਰਾ ਸਰਵਿਸ ਪ੍ਰੋਵਾਈਡਰ ਹੈ ਉਹਦਾ ਫਾਲਟ ਹੋਇਆ। ਸਰ ਸਪੋਜ਼ ਕਰੋ ਐਗਰੀ ਜ਼ੋਨ ਨੇ ਇੱਕ ਮਸ਼ੀਨ 2.5 ਲੱਖ ਰੁਪਏ ਦੀ ਵੇਚੀ, ਉਹਦੇ ਵਿੱਚ ਸਬਸਿਡੀ ਹੈ 1,45,000 ਉਸ